ਸਾਰਿਆਂ ਨੂੰ ਜੈ ਮਸੀਹ ਦੀ। ਆਪਾਂ ਅੱਜ ਪਵਿੱਤਰ ਬਾਈਬਲ ਚੋਂ ਜਿਹੜੀਆਂ ਗੱਲਾਂ ਪ੍ਰਭੂ ਜੀ ਕਰਦੇ ਨੇ ਸਾਡੇ ਨਾਲ, ਪਿਤਾ ਪਰਮੇਸ਼ਰ ਜੀ, ਪ੍ਰਭੂ ਯਿਸੂ ਜੀ ਨਬੀਆਂ ਦੇ ਰਾਹੀਂ, ਪਿਛਲੇ ਸਮਿਆਂ 'ਚ ਨਬੀਆਂ ਦੇ ਰਾਹੀਂ ਸਾਡੇ ਨਾਲ ਗੱਲਾਂ ਕੀਤੀਆਂ, ਹੁਣ ਯਿਸੂ ਮਸੀਹ ਜੀ ਦੇ ਰਾਹੀਂ ਸਾਡੇ ਨਾਲ ਗੱਲਾਂ ਕਰਦੇ ਹੋ। ਉਹ ਗੱਲਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਔਰ ਪਵਿੱਤਰ ਵਚਨ 'ਚ ਲਿਖਿਆ ਇਬਰਾਨੀਆਂ ਨੂੰ ਪਹਿਲੇ ਅਧਿਆਏ ਦੀ ਪਹਿਲੀ ਔਰ 2 ਆਇਤ 'ਚ ਲਿਖਿਆ, ਪਰਮੇਸ਼ਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ, ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ। ਔਰ ਪਿਤਾ ਪਰਮੇਸ਼ਰ ਜੀ ਅਬਰਾਹਮ ਦੇ ਨਾਲ ਗੱਲਾਂ ਕਰਦੇ ਸੀ, ਨੂਹ ਦੇ ਨਾਲ ਗੱਲਾਂ ਕਰਦੇ ਸੀ, ਔਰ ਮੂਸਾ ਦੇ ਨਾਲ ਗੱਲਾਂ ਕਰਦੇ ਸੀ। ਜਿਸ ਤਰ੍ਹਾਂ ਅਬਰਾਹਮ ਨੂੰ ਪਿਤਾ ਪਰਮੇਸ਼ਰ ਜੀ ਨੇ ਆਪਣਾ ਮਿੱਤਰ ਬੋਲਿਆ ਕਿ ਅਬਰਾਹਮ ਤੂੰ ਮੇਰਾ ਮਿੱਤਰ ਹੈ। ਔਰ ਮੂਸਾ ਨੂੰ ਉਹਨਾਂ ਨੇ ਪਿਤਾ ਪਰਮੇਸ਼ਰ ਜੀ ਨੇ ਕੂਚ ਦੀ ਕਿਤਾਬ 33 ਅਧਿਆਏ ਦੀ 11 ਆਇਤ 'ਚ ਲਿਖਿਆ, ਤਾਂ ਯਹੋਵਾ ਮੂਸਾ ਨਾਲ ਆਮੋ ਸਾਹਮਣੇ ਗੱਲਾਂ ਕਰਦਾ ਸੀ, ਜਿਵੇਂ ਕੋਈ ਮਨੁੱਖ ਆਪਣੇ ਸੱਜਣ ਨਾਲ ਬੋਲਦਾ ਹੈ। ਪਿਤਾ ਪਰਮੇਸ਼ਰ ਜੀ ਮੂਸਾ ਦੇ ਨਾਲ ਆਮੋ ਸਾਹਮਣੇ ਗੱਲਾਂ ਕਰਦੇ ਸੀ। ਝਾੜੀ ਵਿੱਚ ਜਦੋਂ ਮੂਸਾ ਪਹਾੜ ਤੇ ਜਾਂਦਾ ਸੀ ਤੇ ਉਹਦੇ ਨਾਲ ਆਮੋ ਸਾਹਮਣੇ ਗੱਲਾਂ ਕਰਦੇ ਸੀ ਪਿਤਾ ਪਰਮੇਸ਼ਰ। ਜੋ ਵੀ ਕੋਈ ਪਿਤਾ ਪਰਮੇਸ਼ਰ ਨੂੰ ਭਾਉਂਦਾ ਹੈ, ਉਹਦੀ ਕੋਈ ਮਰਜ਼ੀ ਪੂਰੀ ਕਰਦਾ ਹੈ, ਉਹਦੇ ਹੁਕਮਾਂ ਦੀ ਪਾਲਣਾ ਕਰਦਾ, ਤੇ ਫਿਰ ਪਿਤਾ ਪਰਮੇਸ਼ਰ, ਪਵਿੱਤਰ ਆਤਮਾ, ਪਵਿੱਤਰ ਯਿਸੂ ਜੀ ਗੱਲਾਂ ਕਰਦੇ ਨੇ। ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਰਮੇਸ਼ਰ ਦੀ ਆਤਮਾ ਤੋਂ। ਦੂਸਰਾ ਥਮੋਥੀਅਸ 3 ਅਧਿਆਏ ਦੀ 16 ਆਇਤ 'ਚ ਲਿਖਿਆ, ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ। ਔਰ ਇਹ ਸਾਰੀ ਜਿਹੜੀ ਬਾਈਬਲ ਦੀ ਜਿੰਨੀ ਪੁਰਾਣਾ ਨੇਮ ਔਰ ਨਵਾਂ ਨੇਮ ਸਾਰਾ ਹੀ ਪਰਮੇਸ਼ਰ ਦੇ ਆਤਮਾ ਤੋਂ ਲਿਖਿਆ ਗਿਆ। ਜਿਹੜੀਆਂ ਨਬੀਆਂ ਦੇ ਰਾਹੀਂ ਭਵਿੱਖਬਾਣੀਆਂ ਹੁੰਦੀਆਂ ਸੀ, ਫਿਰ 12 ਚੇਲਿਆਂ ਦੇ ਦੁਆਰਾ ਭਵਿੱਖਬਾਣੀਆਂ ਹੋਈਆਂ, ਉਹ ਸਾਰੀਆਂ ਭਵਿੱਖਬਾਣੀਆਂ ਜਿਹੜੀਆਂ ਨੇ ਉਹ ਪਰਮੇਸ਼ਰ ਦੇ ਆਤਮਾ ਤੋਂ ਔਰ ਸਾਰੀ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ। ਔਰ ਪਹਿਲਾ ਸਤਲੂਕੀਆ ਦੀ 5 ਆਇਤ 'ਚ ਲਿਖਿਆ, ਇਸ ਲਈ ਜੋ ਸਾਡੀ ਖੁਸ਼ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ, ਸਗੋਂ ਸਮਰਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ। ਇਹ ਜਿਹੜੀਆਂ ਗੱਲਾਂ ਨੇ ਇਹ ਪ੍ਰਭੂ ਦੀਆਂ, ਪਰਮੇਸ਼ਰ ਦੀਆਂ ਜਿਹੜੀਆਂ ਗੱਲਾਂ ਨੇ, ਇਹ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਆ, ਇਹ ਸਮਰਥਾ ਔਰ ਪਵਿੱਤਰ ਆਤਮਾ, ਇਹ ਜਿਹੜੀਆਂ ਗੱਲਾਂ ਨੇ ਪਰਮੇਸ਼ਰ ਦੀਆਂ, ਪ੍ਰਭੂ ਯਿਸੂ ਮਸੀਹ ਜੀ ਦੀਆਂ ਪਵਿੱਤਰ ਆਤਮਾ ਦੀਆਂ ਗੱਲਾਂ ਨੇ। ਇਹਨਾਂ 'ਚ ਸਮਰਥਾ ਔਰ ਪਵਿੱਤਰ ਆਤਮਾ ਹੈ ਔਰ ਪੂਰਾ ਯਕੀਨ ਹੈ। ਜੇ ਕੋਈ ਇਹਨਾਂ ਗੱਲਾਂ ਤੇ ਯਕੀਨ ਕਰੇ, ਪ੍ਰਤੀਤ ਕਰੇ, ਤੇ ਉਹ ਗੱਲਾਂ ਪੂਰੀਆਂ ਹੁੰਦੀਆਂ।
ਜਿਸ ਤਰ੍ਹਾਂ ਮਰਕਸ 11 ਅਧਿਆਏ ਦੀ 23 ਆਇਤ 'ਚ ਲਿਖਿਆ, ਪਰ ਪ੍ਰਤੀਤ ਕਰੋ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਉਹ ਹੁੰਦੀਆਂ ਹਨ ਤੇ ਉਹਦੇ ਲਈ ਹੋ ਜਾਏਗਾ। ਜੋ ਕੋਈ ਯਕੀਨ ਕਰੇ, ਪ੍ਰਤੀਤ ਕਰੇ ਇਹਨਾਂ ਗੱਲਾਂ ਤੇ ਇਹ ਜਿਹੜੀਆਂ ਗੱਲਾਂ ਵਾ ਉਹਨਾਂ ਦੇ ਜੀਵਨਾਂ 'ਚ ਪੂਰੀਆਂ ਹੁੰਦੀਆਂ ਨੇ। ਔਰ ਇਹਨਾਂ ਗੱਲਾਂ 'ਚ ਸ਼ਕਤੀ ਆ। ਲੂਕਾ ਪਹਿਲੇ ਅਧਿਆਏ ਦੀ 37 ਆਇਤ 'ਚ ਲਿਖਿਆ, ਕਿਉਂਕਿ ਕੋਈ ਬਚਨ ਪਰਮੇਸ਼ਰ ਦੀ ਵੱਲੋਂ ਸ਼ਕਤਹੀਨ ਨਹੀਂ ਹੈ। ਸ਼ਕਤਹੀਨ ਨਹੀਂ ਆ। ਪ੍ਰਭੂ ਦੇ ਬਚਨ ਜਿਹੜੇ ਨੇ, ਜਿਹੜੀਆਂ ਇਹ ਗੱਲਾਂ ਨੇ, ਜਾਂ ਆਪਾਂ ਆਪਣੇ ਮੂੰਹ ਤੋਂ ਜੋ ਵੀ ਕੁਝ ਨਿਕਲਦਾ, ਉਹ ਬਚਨ ਆ, ਉਹ ਗੱਲਾਂ ਏ, ਉਹ ਆਖਿਆ ਏ, ਉਹ ਸਭ ਗੱਲਾਂ ਹੀ ਆ। ਇਹਨਾਂ 'ਚ ਸ਼ਕਤੀ ਆ। ਇਹ ਸ਼ਕਤਹੀਨ ਨਹੀਂ ਹੈਗੇ। ਔਰ ਜਦੋਂ ਸਭ ਤੋਂ ਪਹਿਲਾਂ ਯਹੋਵਾ ਪਰਮੇਸ਼ਰ ਜੀ ਨੇ ਉਤਪਤੀ ਦੀ ਪਹਿਲੇ ਅਧਿਆਏ ਤੋਂ ਜੋ ਵੀ ਉਹਨਾਂ ਨੇ ਆਪਣੇ ਮੂੰਹ ਚੋਂ ਬੋਲਿਆ, ਜਿਹੜੀ ਵੀ ਗੱਲ ਕੱਢੀ, ਵੀ ਹਨੇਰੇ ਤੋਂ ਚਾਨਣ ਹੋ ਜੇ, ਚਾਨਣ ਹੋ ਗਿਆ, ਹਨੇਰਾ ਅੱਡ ਹੋ ਗਿਆ, ਚਾਨਣ ਦਿਨ ਹੋ ਗਿਆ, ਹਨੇਰਾ ਰਾਤ ਹੋ ਗਈ। ਔਰ ਧਰਤੀ ਦੇ ਸਾਰੇ ਜੋ ਵੀ ਫਲ, ਸਾਰੀ ਸ੍ਰਿਸ਼ਟੀ ਜਿਹੜੀ ਪ੍ਰਭੂ ਦੇ ਮੂੰਹ ਤੋਂ, ਪਰਮੇਸ਼ਰ ਦੇ ਮੂੰਹ ਦੀਆਂ ਗੱਲਾਂ ਤੋਂ ਇਹ ਸਾਰੀ ਸ੍ਰਿਸ਼ਟੀ ਰਚੀ ਗਈ ਹੈ। ਔਰ ਪ੍ਰਭੂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਡੇ ਜੀਵਨ 'ਚ ਕਿਵੇਂ ਪੂਰੀਆਂ ਹੁੰਦੀਆਂ ਨੇ? ਜੇ ਸਾਡੇ 'ਚ ਪਵਿੱਤਰਤਾ ਹੀ ਹੋਊ, ਜੇ ਅਸੀਂ ਪਾਪ ਤੋਂ ਰਾਹਤ ਹੋਵਾਂਗੇ, ਤੇ ਅਸੀਂ ਪਾਪ ਜੇ ਨਾ ਕਰਾਂਗੇ ਤੇ ਫਿਰ ਸਾਡੇ ਜੀਵਨ 'ਚ ਜਿਹੜੀਆਂ ਵਾ ਪਰਮੇਸ਼ਰ ਦੀਆਂ ਗੱਲਾਂ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਨੇ। ਜੇ ਸਾਡੇ ਜੀਵਨਾਂ 'ਚ ਪਾਪ ਹੋਵੇ, ਧਰੋ ਖੋਟ ਹੋਵੇ, ਕੁਛ ਲੋਕ ਨੇ ਉਹਨਾਂ ਦੇ ਮੂੰਹ ਦੇ ਵਿੱਚ ਕੁਛ ਅਸੀਸ ਹੁੰਦੀ ਆ ਔਰ ਦਿਲ 'ਚ ਉਹਨਾਂ ਦੇ ਬਦਦੁਆ ਹੁੰਦੀ ਆ। ਕੁਛ ਲੋਕਾਂ ਦੇ ਵਿੱਚ ਇੰਨਾ ਪਾਪ ਆ ਕਿ ਉਹ ਕਹਿੰਦੇ ਨੇ ਕਿ ਜਿਹੜੀ ਇਹ ਦੂਸਰੇ ਨੂੰ ਚੀਜ਼ ਮਿਲੀ ਆ ਉਹ ਉਹਨੂੰ ਨਹੀਂ ਸੀ ਮਿਲਣੀ ਚਾਹੀਦੀ, ਉਹ ਮੇਰੇ ਕੋਲ ਹੋਣੀ ਚਾਹੀਦੀ ਸੀ। ਔਰ ਪਰਮੇਸ਼ਰ ਜਿਹੜੇ ਨੇ ਉਹ ਹਿਰਦਿਆਂ ਤੇ ਗੁਰਦਿਆਂ ਨੂੰ ਜਾਂਚਣ ਵਾਲੇ ਨੇ। ਇਹ ਜਿਹੜੀਆਂ ਪਰਮੇਸ਼ਰ ਦੀਆਂ ਗੱਲਾਂ ਨੇ ਇਹ ਸ਼ੈਤਾਨ ਨੇ ਵੀ ਬੋਲੀਆਂ। ਜਦੋਂ ਯਿਸੂ ਮਸੀਹ ਜੀ ਨੇ 40 ਦਿਨ ਤੇ 40 ਰਾਤ ਫਾਸਟਿੰਗ ਜੰਗਲਾਂ 'ਚ ਜਾ ਕੇ ਫਾਸਟਿੰਗ ਪ੍ਰੇਅਰ ਕੀਤੀ ਸੀ, ਔਰ ਸ਼ੈਤਾਨ ਉਹਦੇ ਕੋਲ ਆਇਆ, ਯਿਸੂ ਮਸੀਹ ਜੀ ਦੇ ਕੋਲ, ਤੇ ਉਹਨੇ ਵਚਨ ਹੀ ਬੋਲੇ ਕਿ ਯਿਸੂ ਮਸੀਹ ਜੀ ਨੂੰ ਬੋਲਿਆ ਕਿ ਤੈਨੂੰ ਪ੍ਰਭੂ ਨੂੰ ਜਦੋਂ ਭੁੱਖ ਲੱਗੀ ਤੇ ਕਹਿੰਦਾ ਕਿ ਤੂੰ ਪੱਥਰਾਂ ਨੂੰ ਕੋ ਰੋਟੀ ਬਣ ਜਾਣ। ਔਰ ਪ੍ਰਭੂ ਨੇ ਕਿਹਾ ਵੀ ਇਨਸਾਨ ਜਿਹੜਾ ਨਿਰਾ ਰੋਟੀ ਨਾਲ ਨਹੀਂ ਜੀਂਦਾ, ਜੋ ਪਰਮੇਸ਼ਰ ਦੇ ਮੂੰਹ ਤੋਂ ਵਾਕ ਨਿਕਲਦੇ ਨੇ ਉਹਦੇ ਨਾਲ ਜੀਂਦਾ ਹੈ। ਔਰ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਵਚਨ ਦੁਆਰਾ ਹੀ ਜਵਾਬ ਦਿੱਤੇ, ਔਰ ਸ਼ੈਤਾਨ ਨੇ ਵਚਨ ਬੋਲਿਆ, ਔਰ ਸ਼ੈਤਾਨ ਦੇ ਵਚਨਾਂ 'ਚ ਕੋਈ ਸ਼ਕਤੀ ਨਹੀਂ। ਪ੍ਰਭੂ ਯਿਸੂ ਮਸੀਹ ਦੇ ਵਚਨਾਂ ਨੇ ਉਹਦੀਆਂ ਗੱਲਾਂ ਨੂੰ ਰਿਜੈਕਟ ਕਰ ਦਿੱਤਾ, ਉਹਦੀਆਂ ਸ਼ੈਤਾਨ ਦੀਆਂ ਗੱਲਾਂ ਨੂੰ। ਇਸੇ ਤਰ੍ਹਾਂ ਜੋ ਕੋਈ ਇਨਸਾਨ ਪਾਪ ਕਰਦਾ ਹੈ, ਜਿਹਦੇ ਹਿਰਦੇ 'ਚ ਪਾਪ ਆ, ਔਰ ਉਹ
ਉਹ ਗੱਲਾਂ ਵੀ ਪਰਮੇਸ਼ਰ ਦੀਆਂ ਗੱਲਾਂ ਵੀ ਬੋਲਦਾ ਏ ਤੇ ਪਰਮੇਸ਼ਰ ਨਾਲ ਗੱਲਬਾਤ ਵੀ ਕਰਦਾ, ਮਗਰ ਉਹਦਾ ਕੋਈ ਫਾਇਦਾ ਨਹੀਂ। ਉਹ ਸ਼ੈਤਾਨ ਵਾਂਗਰ ਬੋਲਣ ਵਾਲਾ ਹੋਏਗਾ ਇਨਸਾਨ। ਇਸ ਕਰਕੇ ਕਿਸੇ ਵੀ ਇਨਸਾਨ ਨੂੰ ਜਿਹੜਾ ਨਾ ਪਾਪ ਤੋਂ ਬਚਣਾ ਚਾਹੀਦਾ, ਪਾਪ ਨਹੀਂ ਕਰਨਾ ਚਾਹੀਦਾ। ਧਰੋ ਖੋਟ ਕੋਪ ਕ੍ਰੋਧ ਜਿਹੜਾ ਛੱਡ ਕੇ ਤੇ ਫਿਰ ਪ੍ਰਭੂ ਦੀਆਂ ਗੱਲਾਂ ਕੋਈ ਬੋਲੇ, ਪ੍ਰਭੂ ਦੇ ਨਾਲ ਗੱਲਬਾਤ ਕਰੇ ਤੇ ਫਿਰ ਉਹਦੇ ਜੀਵਨ 'ਚ ਜਿਹੜੇ ਨੇ ਇਹ ਪਰਮੇਸ਼ਰ ਦੀਆਂ ਗੱਲਾਂ ਜਿਹੜੀਆਂ ਇਹ ਪੂਰੀਆਂ ਹੁੰਦੀਆਂ ਨੇ। ਜਿਹੜਾ ਕੋਈ ਪਾਪ ਵੀ ਕਰੀ ਜਾਂਦਾ, ਬਾਈਬਲ ਵੀ ਪੜ੍ਹੀ ਜਾਂਦਾ, ਉਹ ਤੇ ਸ਼ੈਤਾਨ ਵਰਗਾ ਹੋਏਗਾ। ਜਿਸ ਤਰ੍ਹਾਂ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਵਚਨ ਬੋਲੇ ਸੀ, ਉਹਦੇ ਬੋਲਾਂ, ਉਹਨਾਂ ਉਹ ਪਾਪ ਕਰਨ ਵਾਲਿਆਂ ਦੀ ਬੋਲਾਂ 'ਚ ਕੋਈ ਸ਼ਕਤੀ ਨਹੀਂ ਹੋਏਗੀ, ਬੇਸ਼ੱਕ ਉਹ ਬਾਈਬਲ ਦੇ ਹੀ ਵਚਨ ਬੋਲੇ। ਇਸ ਕਰਕੇ ਸਾਰਿਆਂ ਦੇ ਵਾਸਤੇ ਮੈਂ ਪ੍ਰਾਰਥਨਾ ਕਰੂੰਗੀ। हे पिता परमेश्वर, पवित्र आत्मा जी, पवित्र यीशु जी, मेरे प्रभुओं के प्रभु, जो भी इन्हां वचनां नूं सुन मेरे पिता परमेश्वर, मेरे खुदाया, उस सुनने वालियां ते एहो जी दया किरपा रहम फजल करो मेरे खुदाया। उन्हां नूं पाप तो राहत करो मेरे प्रभु, उन्हां नूं पाप तो नफरत करन वाला दिल दिओ मेरे खुदाया। उन्हां नूं उन्हां 'च अपना धर्म और पवित्रताई सच्चाई ते चलण वाला आत्मा दिओ मेरे पिता परमेश्वर, मेरे प्रभुओं के प्रभु। सब ते दया कर, किरपा कर, रहम कर, फजल कर मेरे पिता परमेश्वर। रूह सच्चाई दे नाल तेरे वचनां नूं पढ़न वाला उन्हां नूं जीवन दे मेरे पिता परमेश्वर। और जो कोई तेरे वचनां नूं पढ़े सुने मेरे खुदाया, उन्हां नूं पवित्रताई दा जीवन दे, उन्हां 'च अपना धर्म पा मेरे पिता परमेश्वर। उन्हां नूं दृढ़ करके पाप वाले दुष्ट तो बचा मेरे खुदा बंदा। उन्हां ते एहो जी दया कर, किरपा कर, रहम कर, फजल कर मेरे पिता परमेश्वर। मेरे प्रभुओं के प्रभु, सारियां नूं आराधना प्रार्थना दा पवित्र वचन पढ़न दा जीवन दे मेरे प्रभु। सब ते दया कर, सब ते दया कर। प्रार्थना मंगनी यीशु मसीह दे सामर्थी नाम च, आमीन।